This is the Central Valley's #1 Punjabi weekend radio station, AM 900, KBIF, Fresno. KBIF 900 ਦੇ ਨਾਲ ਜੁੜ ਬੈਠੇ ਦੇਸ਼ ਵਿਦੇਸ਼ ਤੋਂ ਮੇਰੇ ਪਿਆਰੇ ਸਤਿਕਾਰਯੋਗ ਸਰੋਤਿਓ, ਮਿੰਦਰ ਸਿੰਘ ਆਪ ਲਈ ਮੇਰੀ ਪੀਰੀ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੈ। ਸੋ ਮੇਰੇ ਵੱਲੋਂ ਆਪ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਸਤਿਕਾਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਨਮਸਤੇ, ਆਦਾਬ ਹੈ ਜੀ। ਹੁਣ ਆਪਾਂ ਚੱਲਦੇ ਹਾਂ ਅੱਜ ਦਾ ਜਿਹੜਾ ਆਪਣਾ ਖਾਸ ਟੌਪਿਕ ਹੈ। ਇਹ ਹੈ ਅੰਗਰੇਜ਼ਾਂ ਦੀ ਲਾਹੌਰ ਦਰਬਾਰ ਦੇ ਨਾਲ ਪਹਿਲੀ ਸੰਧੀ। ਇਹ ਸਭਰਾਵਾਂ ਦੀ ਲੜਾਈ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਹਦੇ ਬਾਰੇ ਅੱਜ ਆਪਾਂ ਡਿਟੇਲ ਨਾਲ ਥੋੜ੍ਹੀ ਜਿਹੀ ਗੱਲ ਕਰਾਂਗੇ। ਗਵਰਨਰ ਜਨਰਲ ਦੇ ਇਸ ਐਲਾਨ ਤੋਂ ਬਾਅਦ ਕਿ ਅੰਗਰੇਜ਼ ਸਰਕਾਰ ਹੋਰ ਮੁਲਕ ਨਹੀਂ ਮੱਲੇਗੀ, ਪੰਜਾਬ ਦਾ ਹੋਰ ਇਲਾਕਾ ਨਹੀਂ ਮੱਲੇਗਾ, ਸਿਰਫ ਉਹੀ ਆਪਣੇ ਅਧੀਨ ਰੱਖੇਗਾ ਕਸੂਰ ਵਾਲਾ, ਜਿਹੜਾ ਕਿ ਉਹਨਾਂ ਦੇ ਆਲਰੇਡੀ ਅਧੀਨ ਸੀ ਉਸ ਵੇਲੇ ਤੱਕ। ਅਤੇ ਉਹ ਵੀ ਇਸ ਕਰਕੇ ਕਿਉਂਕਿ ਇੱਕ ਤਾਂ ਉਹਨਾਂ ਦਾ ਜੰਗ ਦਾ ਖਰਚਾ ਉਹਨਾਂ ਨੇ ਪੂਰਾ ਕਰਨਾ ਸੀ, ਅਤੇ ਲਾਹੌਰ ਦਰਬਾਰ ਕੋਲ ਕਿਉਂਕਿ ਇਤਨਾ ਪੈਸਾ ਨਹੀਂ ਸੀ ਕਿ ਉਹ ਉਹਨਾਂ ਨੂੰ ਪੈਸੇ ਦੇ ਕੇ ਅਤੇ ਆਪਣੀ ਜ਼ਮੀਨ ਛੁਡਾ ਸਕਣ। ਦੂਸਰਾ ਜਿਹੜਾ ਹੈ ਉਹ ਸੀ ਕਿ ਅਮਨ ਅਮਾਨ ਰੱਖਣ ਦੀ ਉਹਨਾਂ ਦੀ ਜਿਹੜੀ ਇੱਕ ਕੰਡੀਸ਼ਨ ਸੀ ਕਿ ਅਸੀਂ ਇਸ ਕਰਕੇ ਵੀ ਇੱਥੇ ਰਹਿਣਾ ਚਾਹੁੰਦੇ ਹਾਂ ਕਿ ਇੱਥੇ ਅਮਨ ਅਮਾਨ ਰਵੇ। ਸੋ ਇਸ ਕਰਕੇ ਉਸਨੇ ਗਵਰਨਰ ਜਨਰਲ ਜਿਹੜਾ ਹਾਰਡਿੰਗ ਸੀ, ਉਹਨੇ ਉਹਨਾਂ ਸਰਦਾਰਾਂ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਦੇ ਸ਼ੁਭ ਚਿੰਤਕ ਸਨ, ਅਤੇ ਖਾਸ ਕਰਕੇ ਉਹਨਾਂ ਸਰਦਾਰਾਂ ਨੂੰ ਜਿਨ੍ਹਾਂ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਇਹਨਾਂ ਲੜਾਈਆਂ ਵਿੱਚ ਹਿੱਸਾ ਨਹੀਂ ਸੀ ਲਿਆ, ਉਹਨਾਂ ਨੂੰ ਇਸ ਸੰਧੀ ਵਾਸਤੇ, ਇਸ ਸੁਲ੍ਹਾ ਵਾਸਤੇ ਉਹਨਾਂ ਨੂੰ ਬੁਲਾਉਣ ਦਾ ਉਹਨਾਂ ਨੇ ਮਨ ਬਣਾਇਆ ਅਤੇ ਜਿਹੜਾ ਹੈ ਉਹ ਬੁਲਾਇਆ ਵੀ। ਪਰ ਇਸ ਚੀਜ਼ ਨੂੰ ਹਰਚੰਦ ਸਿੰਘ ਆਪਣੇ ਕਾਵਿ ਸੰਗ੍ਰਹਿ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ, ਸ਼ੁਭ ਚਿੰਤਕ ਜੋ ਰਣਜੀਤ ਪਰਿਵਾਰ ਦੇ ਨੇ, ਸਿੱਖ ਰਾਜ ਦੇ ਵਫਾਦਾਰ ਆਓ, ਜਿਨ੍ਹਾਂ ਜੰਗਾਂ ਦੇ ਵਿੱਚ ਨਹੀਂ ਲਿਆ ਹਿੱਸਾ, ਅਤੇ ਸਾਡੇ ਕੋਲ ਉਹ ਸਾਰੇ ਸਰਦਾਰ ਆਓ, ਸੋਹਣੇ ਰਾਜ ਦੀ ਚਿਤਰੀਏ ਰੂਪ ਰੇਖਾ, ਅਤੇ ਲੈ ਕੇ ਆਪਣੇ ਸੋਹਣੇ ਵਿਚਾਰ ਆਓ, ਹਰਚੰਦ ਸਿੰਘਾ ਪਿਆਰ ਦੀ ਗੱਲ ਕਰੀਏ, ਅਤੇ ਦਿਲੋਂ ਦੁਸ਼ਮਣੀ ਸਭ ਵਿਸਾਰ ਆਓ। ਭਲਾ ਚਾਹੁੰਦੇ ਹਾਂ ਅਸੀਂ ਪੰਜਾਬੀਆਂ ਦਾ, ਨਾ ਸਮਝੋ ਸਾਨੂੰ ਗੈਰ ਭਾਈ, ਰਾਖੀ ਕੀਤੀ ਅਸੀਂ ਤੇ ਆਪਣੀ ਐ, ਤੇ ਪਾਇਆ ਲਾਹੌਰ ਨੇ ਦਿੱਲੀ ਨਾਲ ਵੈਰ ਭਾਈ, ਉਤਨੀ ਦੇਰ ਨਾ ਅਸੀਂ ਜਾਵਣਾ ਏ, ਮਸਲੇ ਹੋਣ ਨਾ ਜਦ ਤੱਕ ਹੱਲ ਭਾਈ, ਸਾਡਾ ਕਬਜ਼ਾ ਸਾਰੇ ਪੰਜਾਬ ਤੇ ਹੋਊ, ਤੇ ਜੇ ਨਾ ਬੈਠ ਮੁਕਾਈ ਗੱਲ ਭਾਈ, ਸਮਾਂ ਲੰਘਿਆ ਮੁੜਨਾ ਹੱਥ ਆਉਣਾ, ਦਰਦਮੰਦ ਹੁਣ ਆਓ ਚੱਲ ਭਾਈ, ਹਰਚੰਦ ਸਿੰਘਾ ਅਸੀਂ ਉਡੀਕਦੇ ਹਾਂ, ਤੇ ਸੁਨੇਹਾ ਦੋਸਤੀ ਦਾ ਦਿੱਤਾ ਹੈ ਘੱਲ ਭਾਈ। ਸੋ ਉਹਨਾਂ ਨੇ ਇਹ ਸੁਨੇਹਾ ਭੇਜ ਦਿੱਤਾ, ਅਤੇ ਉਹ ਸੁਨੇਹਾ ਮਿਲਣ ਤੋਂ ਬਾਅਦ ਫਿਰ 15 ਫਰਵਰੀ 1846 ਨੂੰ ਰਾਜਾ ਗੁਲਾਬ ਸਿੰਘ ਕੁਝ ਹੋਰ ਸਰਦਾਰਾਂ ਸਣੇ ਮਹਾਰਾਜਾ ਦਲੀਪ ਸਿੰਘ ਅਤੇ ਰਾਣੀ ਜਿੰਦ ਕੌਰ ਦੀ ਤਰਫੋਂ ਜਿਹੜਾ ਹੈ ਉਹ ਸੁਨੇਹਾ ਲੈ ਕੇ ਉਹ ਸੁਲ੍ਹਾ ਵਾਸਤੇ ਪੁੱਜ ਗਿਆ। ਦੂਜੇ ਪਾਸੇ ਗਵਰਨਰ ਜਨਰਲ ਲਾਰਡ ਹਾਰਡਿੰਗ ਅੰਮ੍ਰਿਤਸਰ ਵਿੱਚ ਹੋਏ ਫੌਜੀ ਇਕੱਠ ਤੋਂ ਵੀ ਘਬਰਾ ਰਿਹਾ ਸੀ, ਕਿਉਂਕਿ ਲਗਭਗ 20,000 ਫੌਜੀ ਜਿਹੜੇ ਆ ਉਹ ਉੱਥੇ ਇਕੱਠੇ ਹੋ ਗਏ ਸੀ ਗੋਬਿੰਦਗੜ੍ਹ ਕਿਲ੍ਹੇ ਦੇ ਵਿੱਚ। ਉਸ ਨੇ ਉਹਨਾਂ ਸਰਦਾਰਾਂ ਨੂੰ ਕਿਹਾ ਕਿ ਅਸੀਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਨਹੀਂ ਮਿਲਾਉਣਾ ਚਾਹੁੰਦੇ। ਉੱਥੇ ਅਸਲੀ ਇਹਨਾਂ ਨੇ ਟੋਨ ਆਪਣੀ ਜਿਹੜੀ ਹੈ ਨਾ ਉਹ ਚੇਂਜ ਕੀਤੀ। ਪਹਿਲੋਂ ਇਹਨਾਂ ਦਾ ਇਰਾਦਾ ਸੀ, ਪਰ ਉੱਥੇ ਇਹਨਾਂ ਨੇ ਥੋੜ੍ਹਾ ਆਪਣੀ ਪੋਲਿਸੀ ਚੇਂਜ ਕਰ ਲਈ। ਉਹ ਕਹਿੰਦੇ ਅਸੀਂ ਬਾਕੀ ਦਾ ਇਲਾਕਾ ਜਿਹੜਾ ਪੰਜਾਬ ਦਾ ਉਹ ਨਹੀਂ ਮਿਲਾਉਣਾ ਚਾਹੁੰਦੇ। ਮਹਾਰਾਜਾ ਦਲੀਪ ਸਿੰਘ ਹੀ ਜਿਹੜਾ ਵਾ ਉਹ ਆਪਣੇ ਰਾਜ ਉੱਪਰ ਕਾਇਮ ਰਹੇਗਾ, ਪਰ ਜੰਗ ਦੇ ਖਰਚ ਲਈ ਬਿਆਸ ਅਤੇ ਸਤਲੁਜ ਦਾ ਵਿਚਕਾਰਲਾ ਇਲਾਕਾ, ਜਿਸ ਨੂੰ ਦੁਆਬਾ ਬਿਸਤ ਜਲੰਧਰ ਕਿਹਾ ਜਾਂਦਾ, ਅਤੇ 1.5 ਕਰੋੜ ਰੁਪਈਆ ਹੋਰ ਉਹ ਇਹ ਖਰਚਿਆਂ ਵਾਸਤੇ, ਜੰਗ ਦੇ ਖਰਚੇ ਲਈ, ਜੁਰਮਾਨੇ ਲਈ ਦੇਣਾ ਪਵੇਗਾ। ਇਹ ਸਾਰੀਆਂ ਸ਼ਰਤਾਂ ਲਾਹੌਰ ਵਿੱਚ ਹੀ ਪਹੁੰਚ ਕੇ ਤੇ ਪੱਕੀਆਂ ਕੀਤੀਆਂ ਜਾਣਗੀਆਂ, ਇਹ ਵੀ ਲਾਰਡ ਹਾਰਡਿੰਗ ਨੇ ਕਿਹਾ। ਹਾਲਾਂਕਿ ਰਾਜਾ ਗੁਲਾਬ ਸਿੰਘ ਅਤੇ ਦੂਜੇ ਸਰਦਾਰ ਇਹ ਨਹੀਂ ਸੀ ਚਾਹੁੰਦੇ ਕਿ ਅੰਗਰੇਜ਼ ਲਾਹੌਰ ਜਾਣ ਅਤੇ ਸਾਰੀਆਂ ਸ਼ਰਤਾਂ ਉੱਥੇ ਹੀ ਕਸੂਰ ਬੈਠੇ ਕਰ ਲੈਣ,
ਪਰ ਲਾਰਡ ਹਾਰਡਿੰਗ ਇਸ ਗੱਲ ਤੋਂ ਗਵਰਨਰ ਜਨਰਲ ਨਹੀਂ ਮੰਨਿਆ। ਉਹਨੇ ਕਿਹਾ ਨਹੀਂ, ਜੋ ਕੁਝ ਹੋਊਗਾ ਇਹ ਕਿਤੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾ ਜਿਹੜੀ ਉਹ ਵੀ ਉੱਥੇ ਸ਼ਾਮਲ ਹੋਣਗੇ। ਸੋ ਇਸ ਕਰਕੇ ਅਸੀਂ ਉੱਥੇ ਜਿਹੜੇ ਆ ਉੱਥੇ ਆਣ ਕੇ ਗੱਲ ਕਰਾਂਗੇ। ਸੋ ਲਾਹੌਰ ਫਿਰ ਉਹ ਸਾਰੇ ਵਾਪਸ ਆ ਗਏ। ਲਾਹੌਰ ਆ ਕੇ ਉਹਨਾਂ ਨੇ ਇਹ ਸਾਰੀ ਗੱਲਬਾਤ ਰਾਣੀ ਜਿੰਦਾ ਨੂੰ ਦੱਸਿਆ ਤੇ ਰਾਣੀ ਨੇ ਆਪਣਾ ਗੁੱਸਾ ਤੇਜ ਸਿਉਂ ਤੇ ਲਾਲ ਸਿਉਂ ਤੇ ਵੀ ਕੱਢਿਆ ਹੈ। ਉਹਨੂੰ ਹਰਚੰਦ ਸਿੰਘ ਨੇ ਆਪਣੇ ਕਾਵਿ ਸੰਗ੍ਰਹਿ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ। ਗੁਲਾਬ ਸਿੰਘ ਸੀ ਛੇਤੀ ਲਾਹੌਰ ਪਹੁੰਚਾ ਤੇ ਮਿਲਿਆ ਜਿੰਦਾ ਨੂੰ ਮਹਿਲੀਂ ਜਾ ਕੇ ਜੀ। ਅੰਗਰੇਜ਼ ਆਉਂਦੇ ਨੇ ਮਾਰੋ ਮਾਰ ਕਰਦੇ, ਕਸੂਰ ਆ ਗਏ ਸਾਨੂੰ ਹਰਾ ਕੇ ਜੀ। ਜਿੰਦ ਕੌਰ ਨੂੰ ਉਹ ਡਰਾਉਣ ਦੇ ਲਈ ਗੱਲਾਂ ਦੱਸਦਾ ਬਹੁਤ ਵਧਾ ਕੇ ਜੀ। ਤੇ ਹਰਚੰਦ ਸਿੰਘਾ ਰਾਜ ਬਚਾ ਲਿਆ ਅਸੀਂ ਮਿੰਨਤਾਂ ਤਰਲੇ ਪਾ ਕੇ ਜੀ। ਆਪਣੇ ਵੱਲੋਂ ਆਪਣਾ ਇੰਪ੍ਰੈਸ਼ਨ ਵੀ ਬਣਾਉਣ ਡਿਆ ਮਹਾਰਾਣੀ ਜਿੰਦਾ ਤੇ ਕਿ ਅਸੀਂ ਤੇ ਮਿੰਨਤਾਂ ਤਰਲੇ ਕਰਕੇ ਤੇ ਲਾਹੌਰ ਦਰਬਾਰ ਬਚਾਉਣ ਲੱਗੇ ਆ। ਉਹ ਤੇ ਇੱਥੋਂ ਤੱਕ ਵੀ ਆਉਣ ਲਈ ਤਿਆਰ ਸੀ ਅੰਗਰੇਜ਼। ਕਹਿੰਦੇ ਫਿਰ ਅੰਗਰੇਜ਼ ਕਹਿੰਦੇ ਆ ਵੀ ਕਹਿੰਦੇ ਚੰਗਾ ਰਾਜ ਨਹੀਂ ਜ਼ਬਤ ਕਰਦੇ ਤੇ ਕਰੋ ਲਿਖ ਕੇ ਮੁੜ ਇਕਰਾਰ ਤੁਸੀਂ। ਅੱਗੇ ਵਾਸਤੇ ਤੁਸੀਂ ਨਹੀਂ ਭੁੱਲ ਕਰਦੇ ਤੇ ਖਰਚਾ ਜੰਗਾਂ ਦਾ ਦਿਓ ਉਤਾਰ ਤੁਸੀਂ। ਦਲੀਪ ਸਿੰਘ ਹੀ ਤਖਤ ਤੇ ਰਹੂ ਬੈਠਾ ਤੇ ਸਾਡੇ ਕਹੇ ਤੇ ਕਰੋ ਇਤਬਾਰ ਤੁਸੀਂ। ਤੇ ਹਰਚੰਦ ਸਿੰਘਾ ਘਾਟੇ ਦਾ ਨਹੀਂ ਸੌਦਾ ਹੁਣ ਕਰੋ ਨਾ ਮੂਲ ਇਨਕਾਰ ਤੁਸੀਂ। ਜਿੰਦਾ ਸੁਣ ਕੇ ਗੱਲ ਗੁਲਾਬ ਸਿੰਘ ਦੀ ਗੁੱਸਾ ਖਾ ਕੇ ਬੋਲੀ ਫੇਰ ਸਿੰਘੋ ਹਾਰ ਖਾ ਕੇ ਜਿਉਂਦੇ ਮੁੜ ਆਏ ਤੁਸੀਂ ਕਾਹਦੇ ਮਰਦ ਦਲੇਰ ਸਿੰਘੋ। ਸ਼ਕਲ ਸੂਰਤ ਬਣਾਈ ਏ ਖਾਲਸੇ ਦੀ ਤੁਸੀਂ ਹੱਥ ਤਲਵਾਰਾਂ ਫੜੀਆਂ ਨੇ। ਸਾਨੂੰ ਸਾਰੀਆਂ ਖਬਰਾਂ ਮਿਲ ਗਈਆਂ ਫੌਜਾਂ ਕਿੰਜ ਮੈਦਾਨ ਵਿੱਚ ਲੜੀਆਂ ਨੇ। ਪਤਾ ਹੁੰਦਾ ਜੇ ਤੁਸਾਂ ਨੇ ਇੰਜ ਕਰਨੀ ਮੈਂ ਚੱਕਦੀ ਆਪ ਕਟਾਰ ਰਾਜਾ। ਸਾਹਿਬ ਕੌਰ ਜਿਵੇਂ ਪਈ ਮਰਹਟਿਆਂ ਨੂੰ ਪੈਂਦੀ ਵੈਰੀ ਨੂੰ ਮੈਂ ਲਲਕਾਰ ਰਾਜਾ। ਵੇਲਾ ਬੀਤਿਆ ਹੁਣ ਤੇ ਦੇਰ ਹੋ ਗਈ ਹੁਣ ਚਾਰਾ ਨਾ ਦਿਸਦਾ ਹੋਰ ਰਾਜਾ। 7 ਸਾਲ ਦਾ ਪੁੱਤ ਦਲੀਪ ਅਜੇ ਤੇਰੇ ਨਾਲ ਮੈਂ ਦੇਨੀ ਆ ਤੋਰ ਰਾਜਾ। ਹਰਚੰਦ ਸਿੰਘਾ ਦਲੀਪ ਦਾ ਖਿਆਲ ਰੱਖੀ ਜਿਵੇਂ ਮੁੱਕਦਾ ਲਹੂ ਮੁਕਾ ਰਾਜਾ। ਸੋ ਇਹ ਗੱਲ ਉਹਨਾਂ ਕੋਲੋਂ ਪਰਮਿਸ਼ਨ ਲੈ ਕੇ ਤੇ ਫਿਰ 18 ਫਰਵਰੀ ਨੂੰ ਗੁਲਾਬ ਸਿੰਘ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਲਾਰਡ ਹਾਰਡਿੰਗ ਨੂੰ ਲਲਿਆਣੀ ਜਾ ਕੇ ਮਿਲਿਆ ਅਤੇ ਫਿਰ ਉੱਥੇ ਜਾ ਕੇ ਉਹਨੇ ਬੇਨਤੀ ਕੀਤੀ ਕਿ ਉਹ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਆਇਆ ਹੈ, ਇਸ ਲਈ ਸੰਧੀ ਦੀਆਂ ਸ਼ਰਤਾਂ ਜਿਹੜੀਆਂ ਉਹ ਇੱਥੇ ਹੀ ਤੈਅ ਕਰ ਲਈਆਂ ਜਾਣ। ਪਰ ਲਾਰਡ ਹਾਰਡਿੰਗ ਇਸ ਗੱਲ ਉੱਪਰ ਦ੍ਰਿੜ ਰਿਹਾ ਕਿ ਨਹੀਂ, ਸੰਧੀ ਜਿਹੜੀ ਆ ਉਹਦੇ ਲਾਹੌਰ ਦੇ ਵਿੱਚ ਹੀ ਜਾ ਕੇ ਹੋਵੇਗੀ। ਸੋ ਜਦੋਂ ਗੁਲਾਬ ਸਿੰਘ ਦੀ ਉੱਥੇ ਕੋਈ ਪੇਸ਼ ਨਾ ਗਈ ਤੇ ਉਹ ਫਿਰ ਉੱਥੋਂ ਵਾਪਸ ਮੁੜ ਆਇਆ। ਫਿਰ ਲਾਰਡ ਹਾਰਡਿੰਗ ਗਵਰਨਰ ਜਨਰਲ ਜਿਹੜਾ ਸੀ ਉਹ ਆਪਣੇ ਸਾਥੀਆਂ ਦੇ ਨਾਲ ਆਪਣੀ ਫੌਜ ਕੁਝ ਦੇ ਨਾਲ ਲਾਹੌਰ ਪਹੁੰਚ ਗਿਆ ਤੇ 20 ਫਰਵਰੀ ਨੂੰ ਅੰਗਰੇਜ਼ ਜਿਹੜੇ ਉਹ ਲਾਹੌਰ ਪਹੁੰਚ ਗਿਆ। ਅਗਲੇ ਦਿਨ 21 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਲਗੀ ਲਾ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਦੇ ਉੱਤੇ ਬਿਠਾਇਆ ਆਪ ਤੇ ਐਲਾਨ ਵੀ ਕਰ ਦਿੱਤਾ ਕਿ ਪੰਜਾਬ ਦਾ ਮਹਾਰਾਜਾ ਦਲੀਪ ਸਿੰਘ ਹੀ ਹੋਵੇਗਾ। ਸੋ ਇਸ ਸਮਾਗਮ ਤੋਂ ਕੁਝ ਦਿਨ ਬਾਅਦ 26 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਇੱਕ ਅਹਿਮ ਦਰਬਾਰ ਕੀਤਾ ਜਿਸ ਵਿੱਚ ਲਾਲ ਸਿੰਘ ਮਿਸਰ ਨੂੰ ਪੰਜਾਬ ਦਾ ਵਜ਼ੀਰ ਬਣਾ ਦਿੱਤਾ ਤੇ ਤੇਜ ਸਿਉਂ ਨੂੰ ਫੌਜ ਦਾ ਸੈਨਾਪਤੀ ਥਾਪ ਦਿੱਤਾ। ਹੁਣ ਇਸ ਨਾਲ ਸਾਰੀ ਸਥਿਤੀ ਸਾਰੀ ਤਸਵੀਰ ਜਿਹੜੀ ਸੀ ਉਹ ਬਿਲਕੁਲ ਉਹ ਜਿਹੜੀ ਆ ਸਾਫ਼ ਹੋ ਗਈ ਸੀ। ਪਰ ਇੱਥੇ ਲਾਲ ਸਿੰਘ ਨੂੰ ਬੜੀ ਤਕਲੀਫ, ਆਪਣਾ ਗੁਲਾਬ ਸਿੰਘ ਨੂੰ ਬੜੀ ਤਕਲੀਫ ਸੀ ਕਿ ਮੈਂ ਇੰਨਾ ਕੁਝ ਅੰਗਰੇਜ਼ਾਂ ਲਈ ਕੀਤਾ ਤੇ ਮੈਨੂੰ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ। ਉਸ ਵਾਸਤੇ ਫਿਰ ਉਹਨਾਂ ਨੇ ਲਾਰਡ ਹਾਰਡਿੰਗ ਨੇ, ਮੈਂ ਬਾਅਦ 'ਚ ਥੋੜ੍ਹਾ ਜਿਹਾ ਦੱਸੂਗਾ ਉਹਦੇ ਬਾਰੇ, ਲਾਰਡ ਹਾਰਡਿੰਗ ਨੇ ਉਹਨੂੰ ਪੁੱਛਿਆ ਕਿ ਨਹੀਂ ਤੂੰ ਫਿਕਰ ਨਾ ਕਰ ਤੈਨੂੰ। ਇਹ ਸੁਲ੍ਹਾਨਾਮਾ ਮਹਾਰਾਜਾ ਦਲੀਪ ਸਿੰਘ ਤੇ ਉਸਦੇ ਵਾਰਸਾਂ ਅਤੇ ਆਨਰੇਬਲ ਈਸਟ ਇੰਡੀਆ ਕੰਪਨੀ ਦੇ ਵਿੱਚ ਲਿਖਿਆ ਗਿਆ। ਇਹ ਹੁਣ ਸ਼ਰਤਾਂ ਜਿਹੜੀਆਂ ਅੱਗੇ ਆਉਣੀਆਂ ਹੌਲੀ ਹੌਲੀ। ਕੰਪਨੀ ਵੱਲੋਂ ਫਰੈਡਰਿਕ ਕਰੀ, ਹੈਨਰੀ ਮਿੰਟ ਗੁਮਰੀ, ਲਾਰੈਂਸ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਇਸ ਮੀਟਿੰਗ ਸੰਧੀ ਦੀ ਮੀਟਿੰਗ ਦੇ ਵਿੱਚ ਤੇ ਜਿਹੜਾ ਕਿ ਗਵਰਨਰ ਜਨਰਲ ਵੱਲੋਂ ਪੂਰੇ ਉਹਨਾਂ ਨੂੰ ਅਖਤਿਆਰ ਸਨ। ਤੇ ਦੂਜੇ ਪਾਸਿਓਂ ਮਹਾਰਾਜਾ ਦਲੀਪ ਸਿੰਘ ਵੱਲੋਂ ਤੇ ਮਹਾਰਾਣੀ ਜਿੰਦਾ ਕੌਰ ਵੱਲੋਂ
ਭਾਈ ਰਾਮ ਸਿੰਘ, ਰਾਜਾ ਲਾਲ ਸਿਉਂ, ਤੇਜਾ ਸਿਉਂ, ਸਰ ਚਤਰ ਸਿੰਘ ਅਟਾਰੀ ਵਾਲਾ, ਸਰ ਰਣਜੋਰ ਸਿੰਘ ਮਜੀਠਾ, ਦੀਵਾਨ ਦੀਨਾਨਾਥ ਤੇ ਫਕੀਰ ਨੂਰਦੀਨ, ਜਿਨ੍ਹਾਂ ਨੂੰ ਮਹਾਰਾਜਾ ਦਲੀਪ ਸਿੰਘ ਵੱਲੋਂ ਸਭ ਅਖਤਿਆਰ ਸਨ। ਇਹਨਾਂ ਦੇ ਦਰਮਿਆਨ ਇਹ ਸਮਝੌਤਾ, ਇਹ ਸੰਧੀ ਹੋਈ ਹੈ, ਜਿਸ ਦੀਆਂ ਸ਼ਰਤਾਂ 16 ਸ਼ਰਤਾਂ ਨੇ, ਉਹ ਮੈਂ ਤੁਹਾਡੇ ਨਾਲ ਹੁਣ ਸਾਂਝੀਆਂ ਕਰਨ ਲੱਗਾ ਹਾਂ। ਸਾਰਿਆਂ ਤੋਂ ਪਹਿਲੀ ਸ਼ਰਤ ਸੀ ਵੀ ਅੰਗਰੇਜ਼ੀ ਸਰਕਾਰ ਤੇ ਲਾਹੌਰ ਦਰਬਾਰ ਵਿੱਚ ਸਦਾ ਅਮਨ ਤੇ ਦੋਸਤੀ ਰਹੇਗੀ। ਇਹ ਜਨਰਲ ਜੀ ਸ਼ਰਤ ਸੀ। ਦੂਸਰੀ ਸੀ ਕਿ ਲਾਹੌਰ ਦਾ ਮਹਾਰਾਜਾ ਜਿਹੜਾ ਮਹਾਰਾਜਾ ਦਲੀਪ ਸਿੰਘ ਆ, ਉਹ ਸਤਲੁਜ ਦੇ ਦੱਖਣ ਵਾਲੇ ਇਲਾਕਿਆਂ ਉੱਪਰੋਂ ਆਪਣੇ ਸਾਰੇ ਹੱਕ ਤਿਆਗਦਾ ਹੈ, ਵੀ ਉਹ ਅੰਗਰੇਜ਼ਾਂ ਦੇ ਅੰਡਰ ਰਹੂਗਾ ਹੁਣ, ਤੇ ਪੰਜਾਬ ਸਰਕਾਰ ਦਾ, ਲਾਹੌਰ ਦਰਬਾਰ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ। ਤੀਸਰੀ ਸ਼ਰਤ ਜਿਹੜੀ ਸੀ ਉਹ ਸੀ ਕਿ ਮਹਾਰਾਜਾ ਦਲੀਪ ਸਿੰਘ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਉੱਪਰੋਂ, ਚਾਹੇ ਉਹ ਕਿਲੇ ਆ, ਪਹਾੜ ਆ ਜਾਂ ਮੈਦਾਨ ਆ, ਉਹ ਵੀ ਸਾਰੇ ਆਪਣੇ ਹੱਕ ਕੰਪਨੀ ਨੂੰ ਸੌਂਪਦਾ ਹੈ। ਸੋ ਉਹ ਇਲਾਕਾ ਵੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ ਇਸ ਸੰਧੀ ਦੇ ਮੁਤਾਬਕ। ਹੁਣ ਜਿਹੜੀ ਚੌਥੀ ਸ਼ਰਤ ਸੀ, ਉਹ ਸ਼ਰਤ ਨੰਬਰ 3 ਤੋਂ ਇਲਾਵਾ ਇਹਦੀ ਚੀਜ਼ਾਂ ਉਹਨਾਂ ਨੇ ਲੈ ਲਈਆਂ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਕਿਹਾ ਕਿ ਅੰਗਰੇਜ਼ੀ ਸਰਕਾਰ ਲਾਹੌਰ ਦਰਬਾਰ ਨੂੰ 1.5 ਕਰੋੜ ਰੁਪਏ ਲੜਾਈ ਦਾ ਖਰਚ ਭਰਨ ਲਈ ਕਹਿੰਦੀ ਹੈ। ਉਹਦੀ ਜ਼ਿੰਮੇਵਾਰੀ ਆ ਲਾਹੌਰ ਸਰਕਾਰ ਦੀ ਕਿ ਅੰਗਰੇਜ਼ਾਂ ਨੂੰ 1.5 ਕਰੋੜ ਰੁਪਈਆ ਦੇਵੇ, ਉਹ ਖਰਚਾ ਜੁਰਮਾਨਾ ਇਸ ਲੜਾਈ ਦਾ। ਤੇ ਜੇ ਉਹਨਾਂ ਕੋਲ ਪੈਸੇ ਨਹੀਂ ਤੇ ਫਿਰ ਉਸ ਲਈ ਮਹਾਰਾਜਾ ਦਲੀਪ ਸਿੰਘ ਤੇ ਉਸ ਦੇ ਵਾਰਿਸ ਜਿਹੜੇ ਆ, ਉਹ ਦਰਿਆ ਬਿਆਸ ਤੇ ਸਿੰਧ ਵਿਚਲਾ ਸਾਰਾ ਪਹਾੜੀ ਇਲਾਕਾ, ਜਿਸ ਵਿੱਚ ਕਸ਼ਮੀਰ ਤੇ ਹਜ਼ਾਰੇ ਦੇ ਸੂਬੇ ਵੀ ਸ਼ਾਮਲ ਆ, ਅੰਗਰੇਜ਼ੀ ਸਰਕਾਰ ਨੂੰ ਦੇਵੇ। ਮਹਾਰਾਜਾ ਫਿਰ ਪੰਜਵੀਂ ਸ਼ਰਤ ਆ ਜਾਂਦੀ ਆ ਕਿ ਮਹਾਰਾਜਾ ਦਲੀਪ ਸਿੰਘ ਕੰਪਨੀ ਨੂੰ 50 ਲੱਖ ਰੁਪਈਆ ਇਸ ਸੁਲ੍ਹਾ ਦੇ ਪੱਕੇ ਹੋਣ ਵੇਲੇ ਜਾਂ ਉਸ ਤੋਂ ਪਹਿਲਾਂ ਦੇਵੇਗਾ। ਨੰਬਰ 6ਵੀਂ ਜਿਹੜੀ ਸੀ ਉਹ ਹੈ ਕਿ ਮਹਾਰਾਜਾ ਆਪਣੀ ਸਾਰੀ ਬਾਗੀ ਫੌਜ ਤੋਂ ਹਥਿਆਰ ਖੋਹ ਲਵੇਗਾ। ਬਾਗੀ ਫੌਜ ਇਹ ਕਹਿੰਦੇ ਸੀ ਵੀ ਜਿਨ੍ਹਾਂ ਨੇ ਇਹ ਲੜਾਈਆਂ ਐਂਗਲੋ ਸਿੱਖ ਵਾਰ ਦੇ ਵਿੱਚ, ਚਾਹੇ ਮੁਦਕੀ ਦੀ ਆ, ਚਾਹੇ ਫੇਰੂ ਸ਼ਹਿਰ ਦੀ ਹੈ, ਚਾਹੇ ਹੋਰ ਨਿੱਕੀਆਂ ਮੋਟੀਆਂ ਨੇ, ਜਾਂ ਫਿਰ ਸਭਰਾਵਾਂ ਦੀ ਲੜਾਈ ਆ, ਇਹਦੇ ਵਿੱਚੋਂ ਜਿਨ੍ਹਾਂ ਨੇ ਵੀ ਇਹਦੇ ਵਿੱਚ ਹਿੱਸਾ ਲਿਆ, ਫੌਜ ਵਿੱਚੋਂ ਸਾਰਿਆਂ ਨੂੰ ਕੱਢ ਦਿੱਤਾ ਜਾਵੇ ਤੇ ਉਹਨਾਂ ਦੇ ਹਥਿਆਰ ਜਿਹੜੇ ਆ ਉਹ ਵੀ ਵਾਪਸ ਲੈ ਲਏ ਜਾਣ। ਪਰ ਮਹਾਰਾਜਾ ਇਹਨਾਂ ਦਾ ਹਿਸਾਬ ਕਿਤਾਬ, ਪੈਸਾ ਲੈਣ ਦੇਣ ਦਾ ਹਿਸਾਬ ਕਿਤਾਬ ਮਹਾਰਾਜਾ ਆਪ ਹੀ ਕਰੇ, ਉਹਦੇ 'ਚ ਅੰਗਰੇਜ਼ੀ ਸਰਕਾਰ ਦਾ ਕੋਈ ਦਖਲ ਨਹੀਂ। ਤੇ ਬਾਕੀ ਇਹ ਹੈ ਕਿ ਨਵੀਂ ਤਨਖਾਹਦਾਰ ਫੌਜ ਜਿਹੜੀ ਆ ਉਹ ਭਰਤੀ ਕੀਤੀ ਜਾਵੇ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਅਸੂਲਾਂ ਤੇ ਚੱਲਣ ਵਾਲੀ ਹੋਵੇ, ਮਤਲਬ ਕਿ ਅੰਗਰੇਜ਼ਾਂ ਦੇ ਨਾਲ ਮਿੱਤਰਤਾ ਰੱਖਣ ਵਾਲੀ ਹੋਵੇ। ਨੰਬਰ 7 ਸੀ ਕਿ ਲਾਹੌਰ ਦਰਬਾਰ ਦੀ ਫੌਜ ਦੀ ਗਿਣਤੀ ਜਿਹੜੀ ਹੈ ਉਹ 20,000 ਪੈਦਲ ਤੇ 12,000 ਘੋੜਸਵਾਰ ਤੋਂ ਵੱਧ ਨਹੀਂ ਹੋਵੇਗੀ। ਜੇ ਕਦੇ ਇਸ ਵਿੱਚ ਵਾਧਾ ਕਰਨ ਦੀ ਲੋੜ ਪਵੇ ਤੇ ਅੰਗਰੇਜ਼ੀ ਸਰਕਾਰ ਪਾਸੋਂ ਕਾਰਨ ਦੱਸ ਕੇ ਉਸ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਇਜਾਜ਼ਤ ਲਈ ਜਾ ਸਕਦੀ ਹੈ। ਤੇ ਲੋੜ ਦਾ ਸਮਾਂ ਲੰਘ ਜਾਣ ਤੇ ਫੌਜ ਦੀ ਗਿਣਤੀ ਜਿਹੜੀ ਉਹ ਫਿਰ ਪਹਿਲੇ ਦੀ ਤਰ੍ਹਾਂ ਹੀ 20,000 ਪੈਦਲ ਤੇ 12,000 ਘੋੜਸਵਾਰ ਤੇ ਵਾਪਸ ਆ ਜਾਵੇਗੀ। 8ਵੀਂ ਸ਼ਰਤ ਸੀ ਕਿ ਮਹਾਰਾਜਾ ਉਹ 36 ਤੋਪਾਂ ਜੋ ਦਰਿਆ ਸਤਲੁਜ ਦੇ ਸੱਜੇ ਪਾਸੇ ਬੀੜੀਆਂ ਗਈਆਂ ਸਨ ਅਤੇ ਸਭਰਾਵਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਵਿਰੁੱਧ ਵਰਤੀਆਂ ਗਈਆਂ ਸਨ, ਉਹ ਕੰਪਨੀ ਦੇ ਹਵਾਲੇ ਕਰ ਦੇਵੇ। ਮੇਰਾ ਖਿਆਲ ਇੰਨੀਆਂ ਕਿ ਇਹਨਾਂ ਕੋਲ ਰਹਿ ਗਈਆਂ ਸੀ, ਉਹ ਵੀ ਇਹਨਾਂ ਨੇ ਉਹਨਾਂ ਕੋਲੋਂ ਲੈ ਲਈਆਂ ਤਾਂ ਕਿ ਇਹਨਾਂ ਨੂੰ ਬਿਲਕੁਲ ਹਥਿਆਰਾਂ ਤੋਂ ਮੁਕਤ ਕਰ ਦਿੱਤਾ ਜਾਵੇ ਪੰਜਾਬੀਆਂ ਨੂੰ, ਜਾਂ ਇਹ ਕਹਿ ਲਈਏ ਕਿ ਮਹਾਰਾਜਾ ਦਲੀਪ ਸਿੰਘ ਦੀ ਫੌਜ ਨੂੰ, ਲਾਹੌਰ ਦਰਬਾਰ ਨੂੰ ਜਾਂ ਖਾਲਸਾ ਫੌਜ ਨੂੰ। 9ਵੀਂ ਸ਼ਰਤ ਸੀ ਕਿ ਦਰਿਆ ਸਤਲੁਜ ਤੇ ਬਿਆਸ ਮਿਠਨਕੋਟ ਤੱਕ ਤੇ ਦਰਿਆ ਸਿੰਧ ਮਿਠਨਕੋਟ ਤੋਂ ਬਲੋਚਿਸਤਾਨ ਦੀ ਹੱਦ ਤੱਕ ਅੰਗਰੇਜ਼ੀ ਸਰਕਾਰ ਦੇ ਕਬਜ਼ੇ ਵਿੱਚ ਰਹਿਣਗੇ, ਕਿਉਂਕਿ ਇਹਨਾਂ ਦੇ ਨਾਲ ਜਹਾਜ਼ਰਾਨੀ ਦਾ ਕੰਮ ਸੀ ਬੜਾ, ਬੇੜੀਆਂ ਵਗੈਰਾ ਦਾ। ਸੋ ਜਹਾਜ਼ਰਾਨੀ ਤੇ ਜਿੰਨਾ ਵੀ ਮਸੂਲ ਜਾਂ ਟੈਕਸ ਉਹਨੂੰ ਆਪਾਂ ਕਹਿ ਦਿੰਦੇ ਹਾਂ,
ਉਹ ਸਾਰਾ ਅੰਗਰੇਜ਼ੀ ਸਰਕਾਰ ਹੀ ਲਵੇਗੀ। ਪਰ ਇਹ ਹੈ ਕਿ ਜਿੰਨਾ ਵੀ ਬੇੜੀਆਂ ਦਾ, ਜਹਾਜ਼ਾਂ ਦਾ, ਛੋਟੇ ਜਹਾਜ਼ਾਂ ਦਾ ਜਾਂ ਜਿਹੜੇ ਵੀ ਉੱਥੇ ਚੱਲਦੇ ਨੇ, ਉਹਨਾਂ ਦੀ ਟੁੱਟ ਭੱਜ ਜਾਂ ਰਿਪੇਅਰ ਦਾ ਖਰਚਾ ਹੋਵੇਗਾ, ਉਹ ਸਾਰਾ ਕਰਕੇ ਤੇ ਜਿਹੜੇ ਪੈਸੇ ਉਸ ਵਿੱਚੋਂ ਬਚਣਗੇ ਇਸ ਟੈਕਸ 'ਚ, ਉਹਦੇ ਵਿੱਚੋਂ ਇਹ ਅੱਧੇ ਜਿਹੜੇ ਹੈ ਉਹ ਲਾਹੌਰ ਦਰਬਾਰ ਨੂੰ ਜਾਂ ਖਾਲਸਾ ਫੌਜ ਨੂੰ ਦੇ ਦੇਣਗੇ। ਇਹ 9ਵੀਂ ਸ਼ਰਤ ਸੀ। ਸੋ 10ਵੀਂ ਸ਼ਰਤ ਆ ਜਾਂਦੀ ਆ ਕਿ ਅੰਗਰੇਜ਼ੀ ਸਰਕਾਰ ਨੂੰ ਜਦ ਵੀ ਆਪਣੀ ਫੌਜ ਲਾਹੌਰ ਰਾਜ ਵਿੱਚੋਂ ਦੀ ਲੰਘਾਉਣ ਦਾ ਲੋੜ ਪਵੇ, ਉਸ ਵਕਤ ਲਾਹੌਰ ਸਰਕਾਰ ਜਿਹੜੀ ਹੈ ਉਹ ਉਸ ਨੂੰ ਆਗਿਆ ਦੇਵੇਗੀ ਕਿ ਉਹ ਆਪਣੀ ਫੌਜ ਪੰਜਾਬ ਦੇ ਵਿੱਚੋਂ ਦੀ ਲੰਘਾ ਸਕਦੇ। ਜੇ ਕਦੀ ਉਹਨਾਂ ਨੇ ਕਿਸੇ ਹੋਰ ਇਲਾਕੇ 'ਚ ਅਫਗਾਨਿਸਤਾਨ ਵੱਲ ਜਾਂ ਹੋਰ ਕਿਤੇ ਜਾਣਾ ਹੈ ਤੇ ਉਸ ਵਕਤ ਉਹਨਾਂ ਨੂੰ ਇਹ ਇਜਾਜ਼ਤ ਹੋਵੇਗੀ ਕਿ ਉਹ ਆਪਣੀ ਫੌਜ ਪੰਜਾਬ ਦੇ ਵਿੱਚੋਂ ਦੀ ਲੰਘਾ ਸਕਦੇ ਆ। ਸੋ ਜਿਹੜੇ ਲਾਹੌਰ ਰਾਜ ਦੇ ਹਾਕਮ ਆ, ਉਹ ਅੰਗਰੇਜ਼ਾਂ ਦੀ ਉਸ ਵਕਤ ਪੂਰੀ ਮਦਦ ਕਰਨਗੇ ਇਸ ਵਾਸਤੇ। ਪਰ ਇਹ ਹੈ ਕਿ ਜਿਸ ਇਲਾਕੇ ਵਿੱਚੋਂ ਫੌਜ ਅੰਗਰੇਜ਼ੀ ਲੰਘੇਗੀ ਤੇ ਉਹਨਾਂ ਦਾ ਜਿੰਨਾ ਵੀ ਜਾਇਦਾਦ ਦਾ ਨੁਕਸਾਨ ਹੋਵੇਗਾ, ਉਹ ਨੁਕਸਾਨ ਜਿਹੜਾ ਉਹ ਅੰਗਰੇਜ਼ ਸਰਕਾਰ ਉਹਨਾਂ ਨੂੰ ਦੇਵੇਗੀ। ਪਰ ਹਾਂ, ਸਰਕਾਰ ਅੰਗਰੇਜ਼ੀ ਸਰਕਾਰ ਜਿਹੜੀ ਆ ਉਹਨਾਂ ਲੋਕਾਂ ਦੇ ਧਰਮ ਦਾ ਵੀ ਧਿਆਨ ਰੱਖੂਗੀ ਜਿਸ ਇਲਾਕੇ ਵਿੱਚੋਂ ਇਹਨਾਂ ਨੇ ਲੰਘਣਾ ਹੈ। ਸੋ 11ਵੀਂ ਜਿਹੜੀ ਸ਼ਰਤ ਸੀ ਉਹ ਸੀ ਕਿ ਅੰਗਰੇਜ਼ੀ ਸਰਕਾਰ ਦੀ ਆਗਿਆ ਦੇ ਬਿਨਾਂ ਮਹਾਰਾਜਾ ਕਿਸੇ ਵੀ ਯੂਰਪੀਅਨ, ਕਿਸੇ ਵੀ ਅੰਗਰੇਜ਼ ਜਾਂ ਅਮਰੀਕਨ ਨੂੰ ਆਪਣੀ ਫੌਜ ਵਿੱਚ ਭਰਤੀ ਨਹੀਂ ਕਰੇਗਾ। ਬਾਰਵੀਂ ਸ਼ਰਤ ਆ ਜਾਂਦੀ ਹੈ ਕਿ ਜੰਮੂ ਦੇ ਰਾਜਾ ਗੁਲਾਬ ਸਿੰਘ ਨੂੰ ਅੰਗਰੇਜ਼ ਤੇ ਲਾਹੌਰ ਦਰਬਾਰ ਵਿੱਚ ਸੁਲ੍ਹਾ ਕਰਾਉਣ ਬਦਲੇ ਅੰਗਰੇਜ਼ੀ ਸਰਕਾਰ ਕੋਈ ਪਹਾੜੀ ਜ਼ਿਲ੍ਹੇ ਅਤੇ ਇਲਾਕੇ ਇੱਕ ਵੱਖਰੇ ਅਹਿਦਨਾਮੇ ਰਾਹੀਂ ਦੇਵੇਗੀ। ਇੱਕ ਹੁਣ ਗੁਲਾਬ ਸਿੰਘ ਦੀ ਵਾਰੀ ਆਈ, ਅੰਗਰੇਜ਼ ਉਹਨੂੰ ਖੁਸ਼ ਕਰਨ ਲੱਗੇ ਆ, ਸੋ ਉਹਨੂੰ ਵੱਖਰਾ ਇਲਾਕਾ ਦੇਣ ਲੱਗੇ ਆ। ਸੋ ਇਹ ਵੱਖਰੇ ਅਹਿਦਨਾਮੇ ਰਾਹੀਂ ਹੋਵੇਗੀ, ਜਿਸ ਰਾਹੀਂ ਮਹਾਰਾਜਾ ਦਲੀਪ ਸਿੰਘ ਵੀ ਉਸ ਨੂੰ ਉਸ ਇਲਾਕੇ ਦਾ ਆਜ਼ਾਦ ਮਹਾਰਾਜਾ ਮੰਨੇਗਾ। ਅੰਗਰੇਜ਼ ਤੇ ਮੰਨਣਗੇ ਹੀ, ਪਰ ਮਹਾਰਾਜਾ ਦਲੀਪ ਸਿੰਘ ਵੀ ਉਸ ਨੂੰ ਆਜ਼ਾਦ ਇੰਡੀਪੈਂਡੈਂਟ ਰਾਜਾ ਮੰਨੇਗਾ, ਉਹ ਆਪਣਾ ਹਿੱਸਾ ਨਹੀਂ ਮੰਨੇਗਾ। ਇਸ ਅਹਿਦਨਾਮੇ ਵਿੱਚ ਉਹ ਇਲਾਕਾ ਵੀ ਸ਼ਾਮਲ ਹੋਵੇਗਾ ਜੋ ਮਹਾਰਾਜਾ ਖੜਕ ਸਿੰਘ ਦੇ ਸਮੇਂ ਤੋਂ ਹੀ ਗੁਲਾਬ ਸਿੰਘ ਦੇ ਕਬਜ਼ੇ ਵਿੱਚ ਚਲਿਆ ਆਉਂਦਾ ਹੈ। ਅੰਗਰੇਜ਼ ਸਰਕਾਰ ਵੀ ਉਸ ਦੀ ਨੇਕ ਚੱਲਣੀ ਕਾਰਨ ਇਹਨਾਂ ਇਲਾਕਿਆਂ ਉੱਪਰ ਉਸ ਦੀ ਆਜ਼ਾਦੀ ਪ੍ਰਵਾਨ ਕਰਦੀ ਹੈ, ਉਸ ਨੂੰ ਵੱਖਰਾ ਅਹਿਦਨਾਮਾ ਕਰਨ ਦੀ ਆਗਿਆ ਦਿੰਦੀ ਹੈ ਕਿ ਉਹ ਪੰਜਾਬ ਸਰਕਾਰ ਨਾਲ, ਖਾਲਸਾ ਸਰਕਾਰ ਨਾਲ ਆਪਣਾ ਵੱਖਰਾ ਸੰਧੀ ਕਰ ਲਵੇ ਕਿ ਉਹਨੇ ਕਿਵੇਂ ਇਹਨਾਂ ਨਾਲ ਡੀਲ ਕਰਨਾ ਹੈ ਤੇ ਅੰਗਰੇਜ਼ਾਂ ਨਾਲ ਕਿਵੇਂ ਕਰਨੀ ਹੈ। ਉਹਨੂੰ ਇੱਕ ਕਿਸਮ ਦਾ ਆਜ਼ਾਦ ਮਹਾਰਾਜਾ ਉਹ ਕਸ਼ਮੀਰ ਤੇ ਉਸ ਇਲਾਕੇ ਦਾ ਇਹਨਾਂ ਨੇ ਮੰਨ ਲਿਆ ਇਸ ਸੰਧੀ ਦੇ ਮੁਤਾਬਕ। ਜੇ ਕਦੇ ਗੁਲਾਬ ਸਿੰਘ ਤੇ ਲਾਹੌਰ ਰਾਜ ਵਿੱਚ ਕੋਈ ਝਗੜਾ ਹੁੰਦਾ ਹੈ, ਇਹ 13ਵੀਂ ਸ਼ਰਤ ਆ, ਤੇ ਫਿਰ ਅੰਗਰੇਜ਼ੀ ਸਰਕਾਰ ਜਿਹੜੀ ਆ ਉਹ ਸਾਲਸ ਬਣ ਕੇ ਵਿੱਚ ਇਹਨਾਂ ਦੀ ਦੋਹਾਂ ਦੇ ਤੇ ਉਹਨਾਂ ਦਾ ਫੈਸਲਾ ਕਰੇਗੀ, ਜਿਸ ਫੈਸਲੇ ਨੂੰ ਮਹਾਰਾਜੇ ਨੂੰ ਵੀ ਮੰਨਣਾ ਪਵੇਗਾ। ਸੋ 14ਵੀਂ ਅੰਗਰੇਜ਼ ਸਰਕਾਰ ਦੀ ਆਗਿਆ ਬਿਨਾਂ ਲਾਹੌਰ ਦਰਬਾਰ ਆਪਣੇ ਰਾਜ ਦੀਆਂ ਹੱਦਾਂ ਨੂੰ ਵਧਾ ਘਟਾ ਨਹੀਂ ਸਕਦਾ। 15ਵੀਂ ਹੈ ਕਿ ਅੰਗਰੇਜ਼ੀ ਸਰਕਾਰ ਲਾਹੌਰ ਦਰਬਾਰ ਦੇ ਅੰਦਰਲੇ ਪ੍ਰਬੰਧ ਵਿੱਚ ਕੋਈ ਦਖਲ ਨਹੀਂ ਦੇਵੇਗੀ, ਪਰ ਜਿਨ੍ਹਾਂ ਸਵਾਲਾਂ ਤੇ ਝਗੜਿਆਂ ਬਾਰੇ ਪੁੱਛਿਆ ਜਾਵੇਗਾ, ਗਵਰਨਰ ਜਨਰਲ ਆਪਣੀ ਨੇਕ ਅਤੇ ਚੰਗੀ ਸਲਾਹ ਲਾਹੌਰ ਰਾਜ ਦੇ ਭਲੇ ਲਈ ਦੇਵੇਗੀ। 16ਵੀਂ ਜਿਹੜੀ ਆਖਰੀ ਹੈ ਕਿ ਦੋਹਾਂ ਸਰਕਾਰਾਂ ਦੀ ਪ੍ਰਜਾ ਜਦੋਂ ਇੱਕ ਦੂਜੇ ਮੁਲਕ ਵਿੱਚ ਸੈਰ ਵਾਸਤੇ ਜਾਵੇ ਤਾਂ ਉਸ ਨਾਲ ਚੰਗਾ ਸਲੂਕ ਕੀਤਾ ਜਾਵੇਗਾ। ਸੋ ਇਹ ਪਹਿਲੀ ਸੰਧੀ ਲਾਹੌਰ ਸਰਕਾਰ ਦੇ ਨਾਲ ਜਾਂ ਲਾਹੌਰ ਦਰਬਾਰ ਦੇ ਨਾਲ ਜਿਹੜੀ ਹੈ ਉਹ ਅੰਗਰੇਜ਼ਾਂ ਨੇ ਇਹ ਕੀਤੀ। 21 ਆਪਣਾ ਹਾਂਜੀ ਇਹ ਸਾਰੀ ਜਿਹੜੀ ਹੈ ਨਾ ਇਹ
21 ਫਰਵਰੀ ਨੂੰ ਗੱਲਾਂ ਬਾਤਾਂ ਸਾਰੀਆਂ ਹੋ ਗਈਆਂ। ਇਹਦੀ ਜਿਹੜੀ ਫਿਰ ਫਾਈਨਲ ਮੋਹਰਾਂ ਲੱਗੀਆਂ ਸਭ ਕੁਝ ਇਹਨਾਂ ਦੇ ਉੱਤੇ, ਇਸ ਸੰਧੀ ਦੇ ਉੱਪਰ, ਉਹ 9 ਮਾਰਚ ਦੇ 1846 ਨੂੰ ਜਿਹੜਾ ਹੈ ਉਹ ਦੋਵਾਂ ਧਿਰਾਂ ਵੱਲੋਂ ਇਸ ਨੂੰ ਐਕਸੈਪਟ ਕਰ ਲਿਆ ਗਿਆ ਜਦੋਂ ਪ੍ਰੋਪਰ, ਤੇ ਫਿਰ ਇਹਨਾਂ ਦੇ ਉੱਤੇ ਦੋਵਾਂ ਪਾਸਿਆਂ ਤੋਂ ਮੋਹਰਾਂ ਲੱਗ ਗਈਆਂ ਜਾਂ ਦਸਤਖਤ ਹੋਏ ਅਤੇ ਉਹ ਇਸ ਨੂੰ ਪ੍ਰਵਾਨ ਜਾਣਗੇ। ਇਹ 9 ਮਾਰਚ 1846 ਨੂੰ ਹੋਇਆ। ਸੋ ਜਿਹੜੀ ਗੱਲ ਮੈਂ ਲਾਲ ਸਿੰਘ ਆਪਣਾ ਗੁਲਾਬ ਸਿੰਘ ਬਾਰੇ ਦੱਸ ਰਿਹਾ, ਅਸਲ 'ਚ ਜਦੋਂ ਇਹਨਾਂ ਨੇ ਲਾਲ ਸਿੰਘ ਮਿਸਰ ਨੂੰ ਜਿਹੜਾ ਵਾ ਪੰਜਾਬ ਦਾ ਵਜ਼ੀਰ ਬਣਾਤਾ ਤੇ ਇਸ ਨੂੰ ਸੈਨਾਪਤੀ ਬਣਾਤਾ ਫੌਜ ਦਾ, ਤੇ ਗੁਲਾਬ ਸਿੰਘ ਉਦੋਂ ਇੱਕ ਕਿਸਮ ਦਾ ਉਹਨੇ ਸੋਚਿਆ ਕਿ ਮੈਂ ਤੇ ਠੱਗਿਆ ਗਿਆ, ਮੈਂ ਇਹਨਾਂ ਲਈ ਕੰਮ ਇਹਨਾਂ ਕੀਤਾ, ਮੈਨੂੰ ਤੇ ਇਹਨਾਂ ਨੇ ਦਿੱਤਾ ਕੁਝ ਨਹੀਂ। ਉਸਨੇ ਫਿਰ ਲਾਰਡ ਹਾਰਡਿੰਗ ਦੇ ਨਾਲ ਬੜਾ ਗੁੱਸਾ ਜ਼ਾਹਰ ਕੀਤਾ। ਉਹਦੇ ਕੋਲ ਗਿਆ, ਬੜਾ ਅੱਗ ਬਬੂਲਾ ਹੋਇਆ ਕਿ ਮੈਂ ਤੁਹਾਡੀ ਇੰਨੀ ਮਦਦ ਕੀਤੀ ਹੈ ਇਹ ਸਭ ਕੁਝ ਕਰਨ ਵਾਸਤੇ, ਜੇ ਮੈਂ ਨਾ ਕਰਦਾ ਤੇ ਤੁਹਾਡਾ ਹਾਲ ਪਤਾ ਕੀ ਸਿੱਖ ਫੌਜ ਨੇ ਕਰਨਾ ਸੀ। ਇਹੋ ਜਿਹੀਆਂ ਉਹਨੂੰ ਸੁਣਾਈਆਂ ਪੂਰੀਆਂ ਉਸ ਵੇਲੇ। ਤੇ ਲਾਰਡ ਹਾਰਡਿੰਗ ਨੂੰ ਵੀ ਪਤਾ ਸੀ ਕਿ ਇਹ ਬੰਦਾ ਚਲਾਕ ਬੜਾ ਹੈ, ਤੇ ਜੇ ਕਿਤੇ ਇਹ ਜਿਹੜੀ ਫੌਜ ਗੋਬਿੰਦਗੜ੍ਹ ਕਿਲੇ ਦੇ ਵਿੱਚ ਬੈਠੀ ਹੈ, ਜੇ ਕਿਤੇ ਉਹਨਾਂ ਨੂੰ ਗਾਈਡ ਕਰਨ ਲੱਗ ਪਿਆ ਤੇ ਇਹ ਸਾਡਾ ਬਹੁਤ ਨੁਕਸਾਨ ਕਰੂਗਾ। ਫਿਰ ਉਸ ਨੇ ਉਹਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਵੀ ਨਹੀਂ, ਅਸੀਂ ਤੇਰਾ ਪੂਰਾ ਧਿਆਨ ਰੱਖਾਂਗੇ, ਤੈਨੂੰ ਵੀ ਜ਼ਰੂਰ ਦੇਵਾਂਗੇ। ਤੇ ਫਿਰ ਉਸ ਨੂੰ ਕਸ਼ਮੀਰ ਦਾ ਰਾਜਾ ਇਹਨਾਂ ਬਣਾ ਕੇ, ਇੰਡੀਪੈਂਡੈਂਟ ਰਾਜਾ, ਉਹ ਉਸ ਨੂੰ ਇਸ ਇਵਜ਼ ਦੇ ਵਿੱਚ ਸਭ ਕੁਝ ਦਿੱਤਾ ਗਿਆ ਸੀ। ਪਰ ਇਹਦੇ ਵਿੱਚ ਆਪਾਂ ਜਿੰਨੀਆਂ ਸ਼ਰਤਾਂ ਉਹ 'ਚ ਵੇਖ ਸਕਦੇ ਹਾਂ ਕਿ ਕਿਵੇਂ ਅੰਗਰੇਜ਼ਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਇਹ ਸ਼ਰਤਾਂ ਸਾਰੀਆਂ ਪਾਈਆਂ। ਤੇ ਕਿਉਂਕਿ ਬੇਬਸ ਹੋਈ ਪਈ ਸੀ ਮਹਾਰਾਜਾ ਦਲੀਪ ਸਿੰਘ ਦੇ, ਵੈਸੇ ਬੱਚਾ ਸੀ, ਮਹਾਰਾਣੀ ਜਿੰਦਾਂ ਕੋਲ ਵੀ ਉਸ ਵੇਲੇ ਕੋਈ ਐਸਾ ਅਧਿਕਾਰ ਨਹੀਂ ਸੀ ਤੇ ਕਿ ਉਹ ਜਿਹੜੀ ਹੈ ਉਹ ਕੋਈ ਨਾ ਕੋਈ ਅੱਗੋਂ ਅੜਿੱਕਾ ਡਾਹੁੰਦੀ। ਤੇ ਅਖੀਰ ਜਿਵੇਂ ਇਹਨਾਂ ਦੀ ਮਰਜ਼ੀ ਸੀ, ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ ਤੇ ਬਾਕੀਆਂ ਦੀ, ਸੋ ਮਹਾਰਾਣੀ ਜਿੰਦਾਂ ਨੂੰ ਉਹ ਮੰਨਣੀ ਪਈ ਤੇ ਉਹ ਸੰਧੀ ਜਿਹੜੀ ਆ ਉਹ ਇਹਨਾਂ ਦੀ 9 ਮਾਰਚ 1846 ਨੂੰ ਸੰਪੂਰਨ ਹੋ ਗਈ। ਸੋ ਅਗਲਾ ਇਤਿਹਾਸ ਆਪਾਂ ਅਗਲੇ ਹਫ਼ਤੇ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।